हाँ जी 8वीं क्लास सत श्री अकाल बेटा। ਤੁਹਾਡਾ ਜੋ ਲੈਸਨ ਚੱਲ ਰਿਹਾ ਹੈ ਉਹ ਚੱਲ ਰਿਹਾ ਹੈ ਪਾਠ 6 ਕਿੱਥੇ ਕਦੋਂ ਅਤੇ ਕਿਵੇਂ, ਜਿਹਦੀ ਅਸਾਈਨਮੈਂਟ ਨੰਬਰ 1 ਤੁਹਾਨੂੰ 24 ਤਰੀਕ ਨੂੰ ਆਈ ਸੀ ਅਤੇ ਫਿਰ ਉਸ ਤੋਂ ਬਾਅਦ ਅਸਾਈਨਮੈਂਟ ਨੰਬਰ 2 ਤੁਹਾਨੂੰ 26 ਤਰੀਕ ਨੂੰ ਆਈ ਅਤੇ ਫਿਰ ਅਸਾਈਨਮੈਂਟ ਨੰਬਰ 3 ਜੋ ਅੱਜ ਆਈ ਹੈ ਉਹ ਆਈ ਹੈ 27 ਤਰੀਕ ਨੂੰ, ਜਿਹਦੇ ਵਿੱਚ ਤੁਹਾਨੂੰ ਆਧੁਨਿਕ ਕਾਲ ਦੌਰਾਨ ਪ੍ਰਮੁੱਖ ਪ੍ਰਗਤੀਆਂ ਬਾਰੇ ਜਿਹੜਾ ਉਹ ਦੱਸਿਆ ਹੈ। ਜੋ ਤੁਹਾਡਾ ਅਸਾਈਨਮੈਂਟ ਉਹਦੇ ਵਿੱਚ ਇਹਨਾਂ ਨੇ ਪੁਆਇੰਟ ਵਾਈਜ਼ ਦੱਸਿਆ, ਬਟ ਮੈਂ ਬੁੱਕ ਵਿੱਚੋਂ ਪੈਰਾਗ੍ਰਾਫ ਤੁਹਾਨੂੰ ਕੰਟੈਂਟ ਇੱਕ ਵਾਰੀ ਬੋਲ ਕੇ ਦੱਸ ਰਹੀ ਹਾਂ। ਭਾਰਤੀ ਇਤਿਹਾਸ ਵਿੱਚ 18ਵੀਂ ਸਦੀ ਦੇ ਕਾਲ ਨੂੰ ਹਨੇਰ ਯੁੱਗ ਸਮਝਿਆ ਜਾਂਦਾ ਹੈ, ਕਿਉਂਕਿ ਇਸ ਕਾਲ ਵਿੱਚ ਮੁਗਲ ਸਾਮਰਾਜ ਦੇ ਪਤਨ ਤੋਂ ਬਾਅਦ ਨਾ ਕੇਵਲ ਸਥਾਨਕ ਤਾਕਤਾਂ ਦੁਆਰਾ ਸਗੋਂ ਸਥਾਨਕ ਅਤੇ ਵਿਦੇਸ਼ੀ ਤਾਕਤਾਂ ਵਿਚਕਾਰ ਵੀ ਆਪਣੀ ਸਰਵ ਉੱਚਤਾ ਸਥਾਪਿਤ ਕਰਨ ਲਈ ਆਪਸੀ ਸੰਘਰਸ਼ ਸ਼ੁਰੂ ਹੋ ਗਿਆ ਸੀ। ਮਤਲਬ ਕਿ ਉਹਨਾਂ ਦਾ ਇੱਕ ਦੂਸਰੇ ਦੇ ਨਾਲ ਲੜਾਈਆਂ ਸ਼ੁਰੂ ਹੋ ਗਈਆਂ ਸੀ ਤਾਂ ਕਿ ਉਹ ਆਪਣਾ ਰਾਜ ਸਥਾਪਿਤ ਕਰ ਸਕਣ। ਭਾਰਤੀ ਜਿਹੜੀਆਂ ਸੀਗੀਆਂ ਲੋਕਲ ਜਿਹੜੇ ਰਾਜੇ ਮਹਾਰਾਜੇ ਸੀ ਉਹੀ ਨਹੀਂ ਆਪਸ 'ਚ ਲੜੇ, ਸਗੋਂ ਵਿਦੇਸ਼ੀ ਤਾਕਤਾਂ ਭਾਵ ਜਿਹੜੇ ਦੂਸਰੇ ਦੇਸ਼ ਸੀ ਉਹਨਾਂ ਨੇ ਵੀ ਆ ਕੇ ਭਾਰਤੀ ਰਾਜੇ ਮਹਾਰਾਜੇ ਨਾਲ ਲੜਾਈਆਂ ਕੀਤੀਆਂ। ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਮੁਗਲ ਸਾਮਰਾਜ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਬਹੁਤ ਸਾਰੀਆਂ ਰਿਆਸਤਾਂ ਆਜ਼ਾਦ ਹੋ ਗਈਆਂ ਸਨ। ਜਦੋਂ ਸਭ ਤੋਂ ਪਹਿਲਾਂ ਭਾਰਤ ਵਿੱਚ ਜਿਹੜਾ ਹੁਮਾਯੂੰ ਸੀ, ਉਸ ਤੋਂ ਪਹਿਲਾਂ ਬਾਬਰ ਆਇਆ, ਮੁਗਲ ਰਾਜ ਦੀ ਉਹਨੇ ਸਥਾਪਨਾ ਕੀਤੀ ਤਾਂ ਉਹ ਬਹੁਤ ਤਾਕਤਵਰ ਸੀ। ਫਿਰ ਹੁਮਾਯੂੰ, ਫਿਰ ਅਕਬਰ, ਫਿਰ ਉਸ ਦੇ ਅੱਗੇ ਸ਼ਾਹਜਹਾਂ, ਜਹਾਂਗੀਰ, ਔਰੰਗਜ਼ੇਬ ਤੱਕ ਜਿਹੜੇ ਸੀ ਕਾਫੀ ਤਾਕਤਵਰ ਮੁਗਲ ਜਿਹੜੇ ਬਾਦਸ਼ਾਹ ਰਹੇ ਨੇ। ਪਰ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਿਹੜੇ ਮੁਗਲ ਬਾਦਸ਼ਾਹ ਹੋਏ ਨੇ ਉਹ ਜ਼ਿਆਦਾ ਤਾਕਤਵਰ ਅਤੇ ਯੋਗ ਨਹੀਂ ਰਹੇ, ਉਹ ਸਾਰੇ ਅਯੋਗ ਸੀ, ਜਿਨ੍ਹਾਂ ਦੇ ਕਰਕੇ ਆਖਰ ਵਿੱਚ ਜਿਹੜਾ ਮੁਗਲ ਸਾਮਰਾਜ ਆ ਉਹ ਕਮਜ਼ੋਰ ਹੋ ਗਿਆ ਅਤੇ ਉਹਨਾਂ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਬਹੁਤ ਸਾਰੀ ਰਿਆਸਤਾਂ ਨੇ ਆਪਣੇ ਆਪ ਨੂੰ ਆਜ਼ਾਦ ਕਰ ਲਿਆ। ਅਤੇ ਸਭ ਤੋਂ ਪਹਿਲਾਂ 1724 ਈਸਵੀ ਵਿੱਚ ਸਭ ਤੋਂ ਪਹਿਲਾਂ ਨਿਜ਼ਾਮ ਉਲ ਮੁਲਕ ਨੇ ਹੈਦਰਾਬਾਦ ਸੁਤੰਤਰ ਰਾਜ ਦੀ ਨੀਂਹ ਰੱਖੀ। ਉਸ ਪਿੱਛੋਂ ਮੁਰਸ਼ਿਦ ਕੁਲੀ ਖਾਂ ਅਤੇ ਅਲੀਵਰਦੀ ਖਾਂ ਨੇ ਬੰਗਾਲ ਰਾਜ ਸੁਤੰਤਰ ਘੋਸ਼ਿਤ ਕਰ ਲਿਆ। ਫਿਰ 1739 ਈਸਵੀ ਵਿੱਚ ਸਿਆਦਤ ਖਾਨ ਨੇ ਅਵਧ ਨੂੰ ਵੀ ਇੱਕ ਸੁਤੰਤਰ ਰਾਜ ਬਣਾਇਆ। ਦੱਖਣ ਵਿੱਚ ਮੈਸੂਰ ਸੁਤੰਤਰ ਰਾਜ ਦੀ ਸਥਾਪਨਾ ਹੋਈ। ਮੈਸੂਰ ਜਿਹੜਾ ਸੀ ਉਹਦੇ ਵਿੱਚ ਜਿਹੜਾ ਸੀ ਉਹਨਾਂ ਨੇ ਵੀ ਆਪਣੇ ਆਪ ਨੂੰ ਆਜ਼ਾਦ ਕਰ ਲਿਆ, ਜਿਸ ਦਾ ਸ਼ਾਸਕ ਕੌਣ ਸੀ? ਹੈਦਰ ਅਲੀ ਸੀ ਅਤੇ ਉਹਦਾ ਪੁੱਤਰ ਟੀਪੂ ਸੁਲਤਾਨ ਸੀ। ਇਹ ਦੋਨੋਂ ਵੀ ਕਾਫੀ ਬਹਾਦਰ ਰਾਜੇ ਰਹੇ ਨੇ। ਮਰਾਠਿਆਂ ਨੇ ਵੀ ਪੇਸ਼ਵਿਆਂ ਦੀ ਅਗਵਾਈ ਹੇਠ ਮੁਗਲਾਂ ਦੇ ਇਲਾਕਿਆਂ 'ਤੇ ਹਮਲਾ ਕਰ ਦਿੱਤਾ। ਤਾਂ ਇਸ ਤੋਂ ਬਾਅਦ ਜਿਹੜੀਆਂ ਯੂਰਪੀਅਨ ਸ਼ਕਤੀਆਂ ਬਾਹਰੋਂ ਆ ਕੇ ਸਾਡੇ ਦੇਸ਼ ਵਿੱਚ ਰਹੀਆਂ ਉਹ ਕੌਣ ਸੀਗੀਆਂ? ਯੂਰਪੀਅਨ ਸ਼ਕਤੀਆਂ ਜਿਵੇਂ ਪੁਰਤਗਾਲੀ, ਡੱਚ, ਫਰਾਂਸੀਸੀ ਅਤੇ ਅੰਗਰੇਜ਼ਾਂ ਨੇ ਵੀ ਭਾਰਤ ਵਿੱਚ ਆਪਣਾ ਸਾਮਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਅੰਗਰੇਜ਼ ਜਿਨ੍ਹਾਂ ਵਿੱਚੋਂ ਸਭ ਤੋਂ ਤਾਕਤਵਰ ਰਹੇ, ਉਹਨਾਂ ਨੇ ਇਹਨਾਂ ਸਾਰਿਆਂ ਨੂੰ ਹਰਾ ਕੇ ਭਾਰਤ ਵਿੱਚੋਂ ਕੱਢਤਾ ਅਤੇ ਜਿਹੜੇ ਭਾਰਤ ਦੇ ਲੋਕਲ ਰਾਜੇ ਮਹਾਰਾਜੇ ਸੀ ਉਹਨਾਂ ਨੂੰ ਵੀ ਹਰਾਇਆ, ਇਹਨਾਂ ਨੂੰ ਵੀ ਹਰਾਇਆ ਅਤੇ ਆਖਰ ਵਿੱਚ ਅੰਗਰੇਜ਼ਾਂ ਨੇ ਆਪਣਾ ਪੂਰਾ ਜਿਹੜਾ ਭਾਰਤ ਨੂੰ ਆਪਣੇ ਅੰਡਰ ਲੈ ਲਿਆ ਸੀ, ਜਿਹਦੇ ਬਾਅਦ ਭਾਰਤ 200 ਸਾਲ ਤੱਕ ਅੰਗਰੇਜ਼ਾਂ ਦੇ ਅੰਡਰ ਰਿਹਾ ਅਤੇ 1947 'ਚ ਜਾ ਕੇ ਅੰਗਰੇਜ਼ਾਂ ਤੋਂ ਸਾਨੂੰ ਆਜ਼ਾਦੀ ਮਿਲੀ। ਇਸੇ ਕਰਕੇ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ 1744 ਈਸਵੀ ਤੋਂ 1763 ਈਸਵੀ ਤੱਕ ਕਰਨਾਟਕ ਵਿੱਚ 3 ਯੁੱਧ ਹੋਏ, ਜਿਨ੍ਹਾਂ ਵਿੱਚ ਅੰਗਰੇਜ਼ਾਂ ਨੂੰ ਹੀ ਜਿੱਤ ਪ੍ਰਾਪਤ ਹੋਈ ਅਤੇ ਇਸ ਤਰ੍ਹਾਂ ਭਾਰਤ ਦੇ ਉੱਪਰ ਪੂਰੇ ਦੇ ਪੂਰੇ ਤਰੀਕੇ ਨਾਲ ਅੰਗਰੇਜ਼ਾਂ ਦਾ ਜਿਹੜਾ ਕਬਜ਼ਾ ਹੋ ਗਿਆ। ਹੁਣ ਜਿਹੜਾ ਕੁਐਸਚਨ ਇਸ ਲੈਸਨ ਵਿੱਚੋਂ ਆਇਆ ਕਿ ਭਾਰਤੀ ਇਤਿਹਾਸ ਵਿੱਚ ਕਿਸ ਸਦੀ ਕਾਲ ਨੂੰ ਹਨੇਰ ਯੁੱਗ ਸਮਝਿਆ ਜਾਂਦਾ ਹੈ? ਪਹਿਲੀ ਲਾਈਨ 'ਚ ਆਨਸਰ ਹੈ ਭਾਰਤੀ ਇਤਿਹਾਸ ਵਿੱਚ 18ਵੀਂ ਸਦੀ ਦੇ ਕਾਲ ਨੂੰ ਹਨੇਰ ਯੁੱਗ ਸਮਝਿਆ ਜਾਂਦਾ ਹੈ। ਇਹਦਾ ਕਾਰਨ ਵੀ ਦਿੱਤਾ ਹੋਇਆ ਕਿਉਂਕਿ ਮੁਗਲ ਸਾਮਰਾਜ ਜਿਹੜਾ ਸੀ ਉਹ ਕਮਜ਼ੋਰ ਹੋ ਗਿਆ ਸੀ। ਉਹਦੇ ਪਤਨ ਦੇ ਪਿੱਛੋਂ ਜਿਹੜਾ ਸੀ ਆਪਸੀ ਲੜਾਈਆਂ, ਝਗੜੇ, ਜਿਹੜੇ ਸੀ ਯੁੱਧ ਉਹ ਹੋਣੇ ਸ਼ੁਰੂ ਹੋ ਗਏ, ਇਸ ਕਰਕੇ ਇਸ ਨੂੰ ਹਨੇਰ ਯੁੱਗ ਸਮਝਿਆ ਗਿਆ। ਆਧੁਨਿਕ ਕਾਲ ਦੌਰਾਨ ਭਾਰਤ ਵਿੱਚ ਆਈਆਂ ਯੂਰਪੀਅਨ ਸ਼ਕਤੀਆਂ ਦੇ ਨਾਂ ਲਿਖੋ। ਮੈਂ ਹੁਣੇ ਤੁਹਾਨੂੰ ਦੱਸ ਕੇ ਹਟੀ ਹਾਂ ਕਿਹੜੀਆਂ ਯੂਰਪੀਅਨ ਸ਼ਕਤੀਆਂ ਸੀ। ਪੁਰਤਗਾਲੀ, ਡੱਚ, ਫਰਾਂਸੀਸੀ ਅਤੇ ਅੰਗਰੇਜ਼। ਤੀਸਰਾ ਕੁਐਸਚਨ ਹੈ ਕਦੋਂ ਅਤੇ ਕਿਸ ਨੇ ਅਵਧ ਨੂੰ ਸੁਤੰਤਰ ਰਾਜ ਘੋਸ਼ਿਤ ਕੀਤਾ? ਆਪਾਂ ਪਹਿਲਾਂ ਹੀ ਪੜ੍ਹਿਆ ਕਿ 1739 ਈਸਵੀ ਵਿੱਚ ਸਿਆਦਤ ਖਾਂ ਨੇ ਅਵਧ ਨੂੰ ਇੱਕ ਸੁਤੰਤਰ ਰਾਜ ਬਣਾਇਆ। ਫਿਰ ਇਸ ਤੋਂ ਬਾਅਦ ਤੁਹਾਡੀਆਂ ਖਾਲੀ ਥਾਵਾਂ ਆ ਜਾਂਦੀਆਂ ਜੋ ਕਿ ਮੈਂ ਬੁੱਕ ਵਿੱਚ ਹੀ ਨੋਟ ਕੀਤੀਆਂ ਨੇ। ਡੈਸ਼ ਈਸਵੀ ਵਿੱਚ ਸਭ ਤੋਂ ਪਹਿਲਾਂ ਨਿਜ਼ਾਮ ਉਲ ਮੁਲਕ ਨੇ ਹੈਦਰਾਬਾਦ ਸੁਤੰਤਰ ਰਾਜ ਦੀ ਨੀਂਹ ਰੱਖੀ ਅਤੇ ਇਹਦਾ ਆਨਸਰ ਹੈ 1724 ਈਸਵੀ। ਪਹਿਲੀ ਖਾਲੀ ਥਾਂ ਦਾ ਆਨਸਰ 1724 ਈਸਵੀ ਹੈ। ਦੂਸਰੀ ਬੇਟਾ ਖਾਲੀ ਥਾਂ ਤੁਹਾਡੀ ਸੀਗੀ ਕਿ ਦੱਖਣ ਵਿੱਚ ਡੈਸ਼ ਸੁਤੰਤਰ ਰਾਜ ਦੀ ਸਥਾਪਨਾ ਹੋਈ? ਮੈਸੂਰ। ਇਹਦਾ ਆਨਸਰ ਹੈ ਮੈਸੂਰ। ਫਿਰ ਤੀਸਰੀ ਜਿਹੜੀ ਖਾਲੀ ਥਾਂ ਹੈ ਤੁਹਾਡੀ ਉਹ ਹੈ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ 3 ਯੁੱਧ ਹੋਏ, ਜਿਸ ਵਿੱਚ ਅੰਗਰੇਜ਼ਾਂ ਨੂੰ ਡੈਸ਼ ਨੂੰ ਜਿੱਤ ਪ੍ਰਾਪਤ ਹੋਈ ਅਤੇ ਆਨਸਰ ਹੈ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ। ਆਖਰ ਵਿੱਚ ਤੁਹਾਡੇ ਸਹੀ ਗਲਤ ਆ ਜਾਂਦੇ ਨੇ। ਭਾਰਤੀ ਇਤਿਹਾਸ ਵਿੱਚ 18ਵੀਂ ਸਦੀ ਦੇ ਕਾਲ ਨੂੰ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਸੁਨਹਿਰੀ ਯੁੱਗ ਕਿਹਾ ਗਿਆ ਸੀ ਕਿ ਹਨੇਰ ਯੁੱਗ, ਅਤੇ ਇਹ ਕੀ ਤੁਹਾਡੀ ਆਪਸ਼ਨ ਜਿਹੜੀ ਹੈ ਗਲਤ ਹੈ। ਪਹਿਲਾ ਪ੍ਰਸ਼ਨ ਜਿਹੜਾ ਗਲਤ ਹੈ। ਦੂਸਰਾ ਆ ਗਿਆ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ
ਪੰਜਾਬ ਵਿੱਚ 3 ਯੁੱਧ ਹੋਏ। ਇਹ ਬਿਲਕੁਲ ਆਖਰੀ ਲਾਈਨ 'ਚ ਆਂਸਰ ਤੁਹਾਨੂੰ ਮਿਲ ਜਾਏਗਾ। ਕਰਨਾਟਕ ਵਿੱਚ 3 ਯੁੱਧ ਹੋਏ ਸੀ, ਨਾ ਕਿ ਪੰਜਾਬ ਵਿੱਚ। ਇਸ ਲਈ ਇਹ ਵੀ ਤੁਹਾਡੀ ਜਿਹੜੀ ਟਰੂ ਫਾਲਸ ਹੈ ਉਹ ਗਲਤ ਹੈ। ਤੀਸਰੀ ਆ ਗਈ, ਭਾਰਤੀ ਵਪਾਰ ਉੱਤੇ ਅੰਗਰੇਜ਼ਾਂ ਦੇ ਅਧਿਕਾਰ ਕਰਨ ਨਾਲ ਭਾਰਤੀ ਕਲਾ ਅਤੇ ਸ਼ਿਲਪਕਾਰ ਤਬਾਹ ਹੋ ਗਏ। ਜੇ ਤੁਸੀਂ ਆਪਣੀ ਅਸਾਈਨਮੈਂਟ ਪੜ੍ਹੋਗੇ, ਜਿਹੜੀ ਤੁਹਾਨੂੰ ਮੈਂ ਗਰੁੱਪ ਦੇ ਵਿੱਚ ਸੈਂਡ ਕੀਤੀ, ਉਹਦੀ ਆਖਰੀ ਲਾਈਨ ਦੇ ਵਿੱਚ ਤੁਹਾਨੂੰ ਇਹਦਾ ਆਂਸਰ ਵੀ ਮਿਲੇਗਾ, ਜਿਹੜਾ ਕਿ ਬਿਲਕੁਲ ਸਹੀ ਹੈ, ਕਿਉਂਕਿ ਅੰਗਰੇਜ਼ਾਂ ਨੇ ਵਪਾਰ ਦੇ ਉੱਤੇ ਕਬਜ਼ਾ ਕਰ ਲਿਆ। ਜਿਹੜੇ ਛੋਟੇ ਮੋਟੇ ਭਾਰਤੀ ਜਿਹੜੇ ਵਪਾਰੀ ਸੀਗੇ, ਜੋ ਘਰਾਂ 'ਚ ਲਘੂ ਉਦਯੋਗ ਕਰਦੇ ਸੀ, ਤਾਂ ਅੰਗਰੇਜ਼ ਜਿਹੜੇ ਸੀ ਉਹ ਮਸ਼ੀਨਾਂ ਨਾਲ ਤਿਆਰ ਮਾਲ ਇੱਥੇ ਵੇਚਣਾ ਸ਼ੁਰੂ ਕੀਤਾ। ਉਹਨਾਂ ਨੇ ਇੰਗਲੈਂਡ ਤੋਂ ਲਿਆ ਕੇ ਇੱਥੇ ਸਮਾਨ ਵੇਚਣਾ ਸ਼ੁਰੂ ਕੀਤਾ, ਭਾਰਤ ਵਿੱਚ ਆਪਣੀ ਫੈਕਟਰੀਆਂ ਲਗਾਈਆਂ ਅਤੇ ਮਸ਼ੀਨੀ ਸਮਾਨ ਤਿਆਰ ਕਰਨ ਦੇ ਨਾਲ ਇਹਦਾ ਕੀ ਹੋਇਆ ਕਿ ਜਿਹੜੇ ਭਾਰਤੀ ਜਿਹੜੇ ਹੱਥ ਨਾਲ ਕੰਮ ਕਰਨ ਵਾਲੇ ਕਾਰੀਗਰ ਸੀ ਉਹ ਸਾਰੇ ਬੇਕਾਰ ਹੋ ਗਏ, ਲਘੂ ਉਦਯੋਗ ਠੱਪ ਹੋ ਗਏ ਅਤੇ ਲਘੂ ਉਦਯੋਗਾਂ ਦਾ ਜਿਹੜਾ ਪਤਨ ਹੋ ਗਿਆ ਅਤੇ ਲੋਕ ਜਿਹੜੇ ਸੀ ਉਹ ਬੇਰੁਜ਼ਗਾਰ ਹੋ ਗਏ। ਅਤੇ ਇਹ ਸੀ ਬੇਟਾ ਤੁਹਾਡੀ ਅੱਜ ਦੀ ਅਸਾਈਨਮੈਂਟ ਨੰਬਰ 1, ਅਸਾਈਨਮੈਂਟ ਨੰਬਰ 2 ਅਤੇ ਅਸਾਈਨਮੈਂਟ ਨੰਬਰ 3 ਜਿਹੜੀ ਹੈ ਤੁਸੀਂ ਆਪਣੀ ਕਾਪੀ 'ਚ ਕੰਪਲੀਟ ਕਰਕੇ ਇਹਦੇ ਵਿੱਚ ਆਏ ਹੋਏ ਪ੍ਰਸ਼ਨ ਉੱਤਰ ਅਤੇ ਇੱਥੋਂ ਤੱਕ ਜਿਹੜਾ ਪ੍ਰੋਪਰ ਲੈਸਨ ਆ ਉਹ ਚੰਗੀ ਤਰ੍ਹਾਂ ਪੜ੍ਹਨਾ ਹੈ ਅਤੇ ਯਾਦ ਕਰਨਾ ਹੈ। ਧੰਨਵਾਦ ਬੇਟਾ।